ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪਣੀ ਲੜੀਵਾਰ ਚੱਲ ਰਹੀ ਹੈ ਵਿਚਾਰ। ਅੱਗੇ ਆਰੰਭ ਕਰੀਏ। ਅੱਜ ਆਪਾਂ 16ਵੀਂ ਅਸ਼ਟਪਦੀ ਦੇ 6ਵੇਂ ਪਦੇ ਦੀ ਵਿਚਾਰ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਪਾਵਨ ਬਚਨਾਂ ਦੁਆਰਾ ਸਾਨੂੰ ਸਮਝਾ ਰਹੇ ਹਨ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਿ ਜੋ ਆਪਣਾ ਸਾਰਿਆਂ ਦਾ ਮੂਲ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਦਾ ਜਿਹੜਾ ਰੂਪ ਹੈ ਸਤ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਹੋਰ ਸੰਸਾਰ ਦੇ ਕਿਸੇ ਇਨਸਾਨ ਦਾ ਵੀ, ਕਿਸੇ ਚੀਜ਼ ਦਾ ਵੀ ਜਿਹੜਾ ਰੂਪ ਹੈ ਉਹਦਾ ਸੁਹੱਪਣ ਹੈ, ਉਹਦੇ ਸਰੀਰ ਦਾ ਜੋ ਵੀ ਦਿੱਖ ਹੈ ਉਹ ਸਦਾ ਵਾਸਤੇ ਸੱਚ ਨਹੀਂ ਰਹਿੰਦਾ। ਕਿਉਂਕਿ ਇਨਸਾਨ ਸੰਸਾਰ ਦੇ ਅੰਦਰ ਉਹਦਾ ਜਨਮ ਹੁੰਦਾ, ਜਨਮ ਤੋਂ ਲੈ ਕੇ ਅਖੀਰ ਤੱਕ ਉਹਦਾ ਜਿਹੜਾ ਰੂਪ ਰੇਖ ਆ ਉਹ ਸਰੀਰ ਦਾ ਬਦਲਦਾ ਰਹਿੰਦਾ। ਬਾਲਪਨ 'ਚ ਹੋਰ, ਬਚਪਨ 'ਚ ਹੋਰ, ਕਿਸ਼ੋਰ ਮੱਤ 'ਚ ਹੋਰ, ਜਵਾਨੀ 'ਚ ਹੋਰ, ਅੱਧ ਖੜ 'ਚ ਹੋਰ ਤੇ ਬੁਢੇਪੇ 'ਚ ਜਾ ਕੇ ਹੋਰ, ਇੱਕ ਸਾਰ ਨਹੀਂ ਰਹਿੰਦਾ। ਤਾਂ ਸਤਿਗੁਰੂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਹਨ ਕਿ ਜੋ ਆਪਣਾ ਮਾਲਕ ਹੈ, ਪ੍ਰਕਾਸ਼ ਰੂਪ ਨੂਰ ਹੈ, ਜੋ ਉਹਦਾ ਜਿਹੜਾ ਰੂਪ ਹੈ ਉਹ ਸੱਚ ਹੈ, ਸਦਾ ਵਾਸਤੇ ਹੈ। ਉਹਦੇ 'ਚ ਕੋਈ ਬਦਲਾਅ ਨਹੀਂ ਆਉਂਦਾ, ਨਾ ਉਹ ਬੁੱਢਾ ਨਾ ਉਹ ਬਾਲਾ, ਉਹਦੇ ਤੇ ਕੋਈ ਫਰਕ ਨਹੀਂ ਪੈਂਦਾ, ਇੱਕ ਸਾਰ। ਜੋ ਜਿਹੋ ਜਿਹਾ ਮਾਲਕ ਪ੍ਰਗਟ ਹੋਇਆ ਆਦਿ ਸੱਚ, ਜਿੰਨਾ ਚਿਰ ਸੰਸਾਰ ਹੈ ਉਨਾ ਚਿਰ ਵੀ ਉਸਾ ਹੀ ਉਹਦਾ ਰੂਪ ਰਹੇਗਾ। ਜੇ ਕੱਲ ਨੂੰ ਸੰਸਾਰ ਦਾ ਖਾਤਮਾ ਹੋ ਜਾਂਦਾ, ਨਾਨਕ ਹੋਸੀ ਧੀ ਸੱਚ। ਉਸ ਪ੍ਰਭੂ ਦਾ ਜਿਹੜਾ ਰੂਪ ਹੈ ਪਾਤਸ਼ਾਹ ਜੀ ਸਮਝਾ ਰਹੇ ਹਨ ਸਦਾ ਸਤ ਹੈ, ਰੂਪ ਸਤ ਜਾ ਕਾ ਸਤ ਅਸਥਾਨ। ਉਹਦਾ ਜਿਹੜਾ ਟਿਕਾਣਾ ਹੈ ਉਹ ਵੀ ਸਦਾ ਵਾਸਤੇ ਸੱਚ ਹੈ। ਬਾਕੀ ਦੁਨੀਆ ਦੇ ਸਾਰੇ ਟਿਕਾਣੇ ਨੇ ਜਿਹੜੇ ਬਦਲੀ ਹੁੰਦੇ ਰਹਿੰਦੇ ਨੇ। ਇੱਥੋਂ ਤੱਕ ਸਾਡੇ ਮਨ ਨੂੰ ਸਰੀਰ ਵੀ ਕਈ ਧਾਰਨ ਕਰਨੇ ਪੈ ਜਾਂਦੇ ਆ, ਕਿਉਂਕਿ ਪਾਤਸ਼ਾਹ ਬਾਣੀ ਅੰਦਰ ਸਮਝਾ ਰਹੇ ਹਨ ਪਤਾ ਨਹੀਂ ਪਹਿਲਾਂ ਹੀ ਕਿੰਨੇ ਕੁ ਸਰੀਰ ਸਾਡਾ ਮਨ ਧਾਰਨ ਕਰ ਚੁੱਕਿਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਪਰ ਬ੍ਰਿਖ ਜੋਇਓ। ਚਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਵਰੀਆ। ਤੇ ਪਾਤਸ਼ਾਹ ਦਾ ਜਿਹੜਾ ਅਸਥਾਨ ਹੈ ਉਹ ਵੀ ਸਦਾ ਵਾਸਤੇ ਸੱਚ ਹੈ। ਸਥਾਨ ਉਹਦਾ ਕਿੱਥੇ ਹੈ ਉਹ ਮਹਾਰਾਜ ਬਾਣੀ ਅੰਦਰ ਆਪਾਂ ਨੂੰ ਸਮਝਾ ਰਹੇ ਹਨ। ਸੱਚਖੰਡ ਵਸੈ ਨਿਰੰਕਾਰ। ਕਿ ਜੋ ਵੀ ਆ ਖਾਲੀ ਖਲਾ ਆਪਾਂ ਵੇਖ ਰਹੇ ਹਾਂ ਇਹ ਸਾਰਾ ਉਸ ਪ੍ਰਭੂ ਨਿਰੰਕਾਰ ਦੀ ਦੇਹ ਹੈ। ਤੇ ਉਹਨੇ ਹਰੇਕ ਜਗ੍ਹਾ ਆਪਣਾ ਟਿਕਾਣਾ ਸਥਿਤ ਕੀਤਾ ਹੋਇਆ ਤੇ ਹਰੇਕ ਸਰੀਰ ਦੇ ਅੰਦਰ ਵੀ ਉਹਦਾ ਟਿਕਾਣਾ ਬਣਾਇਆ ਹੋਇਆ। ਆਪਣੇ ਅੰਦਰ ਬਾਣੀ ਇੱਕ ਮਹਿਲ ਦੱਸ ਰਹੀ ਹੈ ਜਿਹਨੂੰ ਨਿਜ ਮਹਿਲ ਦਾ ਨਾਂ ਦਿੱਤਾ ਗਿਆ, ਥਿਰ ਘਰ ਦਾ ਨਾਂ ਦਿੱਤਾ ਗਿਆ। ਇੱਥੋਂ ਤੱਕ ਪਾਤਸ਼ਾਹ ਨੇ ਸਮਝਾਤਾ ਕਿ ਹਰ ਕਾ ਮੰਦਰ ਸੋਹਣਾ, ਕੀਆ ਕਰਨੇ ਹਾਰ, ਰਬ ਸਸ ਦੀਪ ਅਨੂਪ ਜੋਤ, ਤਰ ਭਵਨ ਜੋਤ ਅਪਾਰ। ਸਾਨੂੰ ਸਾਡੇ ਸਰੀਰ ਦੇ ਅੰਦਰ ਜੋ ਮਾਲਕ ਦਾ ਸਥਾਨ ਹੈ ਉਹ ਵੀ ਦੱਸਿਆ ਹੋਇਆ ਹੈ ਕਿ ਆਪਣਾ ਜਿਹੜਾ
ਸਰੀਰ ਦੇ ਅੰਦਰ ਉਹਦਾ ਮਹਿਲ, ਉਹਦੇ ਅੱਗੇ 2 ਦੀਵੇ ਜਗ ਰਹੇ ਆ। ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਬ ਸਤ ਦੀਪ ਅਨੂਪ ਜੋਤ ਕਰ ਭਵਨ ਜੋਤ ਅਪਾਰ। ਆ ਜਿਹੜੇ ਆਪਣੇ 2 ਨੇਤਰ ਨੇ, ਇਹਨਾਂ ਨੂੰ ਇੱਕ ਨੂੰ ਚੰਦਰਮਾ ਦਾ ਨਾਮ ਦਿੱਤਾ ਗਿਆ, ਦੂਸਰੇ ਨੂੰ ਸੂਰਜ ਦਾ ਨਾਮ ਦਿੱਤਾ ਗਿਆ। ਖੱਬਾ ਜਿਹੜਾ ਆਪਣਾ ਨੇਤਰ ਹੈ ਇਹਨੂੰ ਚੰਦਰਮਾ ਕਹਿੰਦੇ ਨੇ, ਤੇ ਜਿਹੜਾ ਆਪਣਾ ਸੱਜਾ ਨੇਤਰ ਹੈ ਇਹਨੂੰ ਸੂਰਜ ਦਾ ਨਾਮ ਦਿੱਤਾ ਗਿਆ। ਤੇ ਆਪਾਂ ਪ੍ਰੈਕਟੀਕਲ ਵੀ ਕਰ ਸਕਦੇ ਹਾਂ। ਖੱਬਾ ਪਾਸਾ ਆਪਣਾ ਸਰੀਰ ਦਾ ਥੋੜਾ ਜਿਹਾ ਠੰਡਾ ਰਹਿੰਦਾ, ਤੇ ਜਿਹੜਾ ਸੱਜਾ ਪਾਸਾ ਹੈ ਇਹ ਥੋੜਾ ਜਿਹਾ ਗਰਮ ਰਹਿੰਦਾ। ਇਹ 2 ਦੀਵੇ ਆਪਣੇ ਨੇਤਰਾਂ ਦੇ ਸਾਹਮਣੇ ਉਸ ਮਾਲਿਕ ਦੇ ਮਹਿਲ ਦੇ ਅੱਗੇ ਜਗ ਰਹੇ ਆ। ਤੇ ਇਹ ਵੀ ਆਪਾਂ ਨੂੰ ਪਾਤਸ਼ਾਹ ਨੇ ਸਮਝਾਇਆ, ਮਸਤਕ ਪਦਮ ਦਿਵਾਲੇ ਮਣੀ ਮਾਹੇ ਨਿਰੰਜਨ ਤ੍ਰੈ ਭਵਨ ਧਨੀ, ਕਿ ਆਪਣੇ ਮਸਤਕ ਦੇ ਪਿਛਲੇ ਪਾਸੇ ਜਿਹੜਾ 3 ਲੋਕਾਂ ਦਾ ਧਨੀ ਹੈ ਉੱਥੇ ਉਹਦਾ ਟਿਕਾਣਾ ਹੈ। ਇਹ ਸਾਰੇ ਸਰੀਰਾਂ ਦੇ ਅੰਦਰ ਦੱਸਿਆ, ਤੇ ਬਾਹਰ ਬ੍ਰਹਿਮੰਡ ਦੇ ਅੰਦਰ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਮਾਲਕ ਦਾ ਸਥਾਨ ਨਹੀਂ, ਸਗੋਂ ਸਾਰੇ ਸਥਾਨ ਹੀ ਉਹਦੇ ਆ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ ਕਿ ਉਹ ਜੋ ਆਪਣਾ ਮਾਲਕ ਹੈ ਪ੍ਰਮਾਤਮਾ, ਰੂਪ ਸਤ ਜਾ ਕਾ ਸਤ ਅਸਥਾਨ, ਉਹਦਾ ਰੂਪ ਵੀ ਸੱਚ ਹੈ ਤੇ ਉਹਦਾ ਅਸਥਾਨ ਵੀ ਸੱਚ ਹੈ, ਕਿਉਂਕਿ ਆਪ ਹੀ ਸੱਚ ਹੈ। ਆਦਿ ਸੱਚ ਜੁਗਾਦ ਸੱਚ ਨਾਨਕ ਹੋਸੀ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਅੱਗੇ ਹੁਣ ਪਾਤਸ਼ਾਹ ਸਮਝਾ ਰਹੇ ਹਨ, ਕਹਿੰਦੇ ਪੁਰਖ ਸੱਤ ਕੇਵਲ ਪ੍ਰਧਾਨ। ਉਸ ਮਾਲਕ ਨੂੰ ਪੁਰਖ ਦਾ ਨਾਮ ਦੇ ਦਿੱਤਾ ਗਿਆ ਕਿ ਉਹ ਵੀ ਸੱਤ ਹੈ। ਤੇ ਆਪਾਂ ਜਿੰਨਾ ਵੀ ਸੰਸਾਰ ਹਾਂ, ਚਾਹੇ ਆਪਣੇ ਸਰੀਰ ਦਾ ਆਕਾਰ ਇਸਤਰੀ ਵਾਲਾ ਤੇ ਚਾਹੇ ਪੁਰਖ ਵਾਲਾ, ਆਪਾਂ ਸਾਰੇ ਉਸ ਪ੍ਰਭੂ ਦੀਆਂ ਜੀਵ ਰੂਪੀ ਇਸਤਰੀਆਂ ਕਿਹਾ ਗਿਆ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਉਹ ਪੁਰਖ ਸੱਤ ਤੇ ਸਾਡਾ ਸਾਰਿਆਂ ਦਾ, ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਆ, ਕਾਲ ਦੇ ਦਾਇਰੇ ਤੋਂ ਬਾਹਰ, ਤੇ ਉਹ ਸਦਾ ਵਾਸਤੇ ਸੱਚ ਹੈ। ਸਤ ਪੁਰਖ, ਪੁਰਖ ਸੱਤ ਕੇਵਲ ਪ੍ਰਧਾਨ। ਪ੍ਰਧਾਨ ਕਹਿੰਦੇ ਨੇ ਕਿਸੇ ਮੰਨੇ ਪਰਮੰਨੇ ਬੰਦੇ ਨੂੰ, ਕਿਸੇ ਮੁਖੀ ਨੂੰ, ਤੇ ਉਹ ਸਾਰੀ ਸ੍ਰਿਸ਼ਟੀ ਦਾ ਆਪ ਹੀ ਮੁਖੀ ਹੈ, ਜਿਹਦੀ ਦੇਖ ਰੇਖ ਦੇ ਹੇਠ, ਜਿਹਦੀ ਦ੍ਰਿਸ਼ਟੀ ਦੇ ਅੰਦਰ ਇਹ ਸਾਰੇ ਸੰਸਾਰ ਦਾ ਖੇਡ ਚੱਲ ਰਿਹਾ। ਸਭ ਨਜ਼ਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ। ਤੇ ਪਾਤਸ਼ਾਹ ਸਮਝਾ ਰਹੇ ਹਨ, ਪੁਰਖ ਸੱਤ ਕੇਵਲ ਪ੍ਰਧਾਨ, ਕਰਤੂਤ ਸੱਤ ਸਤ ਜਾ ਕੀ ਬਾਣੀ। ਤੇ ਸਤਿਗੁਰੂ ਪਾਤਸ਼ਾਹ ਕਰਤੂਤ ਕਹਿੰਦੇ ਨੇ ਕਰਮ ਨੂੰ, ਕਿ ਇਹ ਜਿਵੇਂ ਆਪਾਂ ਕਹਿੰਦੇ ਆ ਕੋਈ ਮਾੜਾ ਕਰਮ ਕਰਦਾ ਇਨਸਾਨ, ਆਪਾਂ ਕਹਿੰਦੇ ਹਾਂ ਵੀ ਇਹਦੀ ਤਾਂ ਕਰਤੂਤਾਂ ਮਾੜੀਆਂ ਹੋ ਗਈਆਂ। ਕੋਈ ਚੰਗਾ ਕਰਦਾ ਉਹਨੂੰ ਆਪਾਂ ਚੰਗਾ ਕਹਿੰਦੇ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ ਕਿ ਜੋ ਆਪਣਾ ਮਾਲਕ ਹੈ ਉਹਦਾ ਜਿਹੜਾ ਕਰਮ ਹੈ ਉਹ ਸੱਚ ਹੈ। ਕਰਤੂਤ ਸੱਤ, ਸਤ ਜਾ ਕੀ ਬਾਣੀ, ਉਹਦੀ ਜਿਹੜੀ ਬਾਣੀ ਹੈ ਉਹ ਵੀ ਸਦਾ ਵਾਸਤੇ ਸੱਚ ਹੈ। ਕਿਉਂਕਿ ਜਦੋਂ ਕੋਈ ਆਪਣੇ ਜੀਵਨ ਦੇ ਅੰਦਰ ਸਮਾਂ ਆ ਜਾਂਦਾ ਦੁੱਖਾਂ ਵਾਲਾ, ਤੇ ਕਈ ਵਾਰ ਆਪਾਂ ਇਹ ਕਹਿੰਦੇ ਕਿ ਪ੍ਰਮਾਤਮਾ ਨੇ ਚੰਗਾ ਨਹੀਂ ਕਰਿਆ, ਤੇ ਥੋੜੇ ਸਮੇਂ ਬਾਅਦ ਸਾਨੂੰ ਫਿਰ ਇਸੇ ਮੂੰਹ ਦੇ ਨਾਲ ਕਹਿਣਾ ਪੈਂਦਾ ਕਿ ਪ੍ਰਮਾਤਮਾ ਨੇ ਜੋ ਕੀਤਾ ਉਹ ਵਧੀਆ ਕੀਤਾ ਹੈ। ਤੇ ਇਸ ਕਰਕੇ ਪਾਤਸ਼ਾਹ ਸਮਝਾ ਰਹੇ ਹਨ, ਉਹਦਾ ਜਿਹੜਾ ਕਰਮ ਹੈ, ਕਰਤੂਤ ਹੈ, ਉਹ ਸੱਤ ਹੈ। ਸਤ ਜਾ ਕੀ ਬਾਣੀ, ਉਹਦੀ ਜਿਹੜੀ ਬਾਣੀ ਹੈ ਉਹ ਵੀ ਸਦਾ ਵਾਸਤੇ ਸੱਚ ਹੈ। ਜੋ ਉਸ ਮਾਲਿਕ ਦੇ ਮੁਖ ਦੇ ਅੰਦਰੋਂ ਚੱਲ ਰਹੀ ਆਵਾਜ਼ ਹੈ, ਜਿਹਨੂੰ ਨਾਦ ਕਹਿੰਦੇ ਨੇ, ਨਾਮ ਕਹਿੰਦੇ ਨੇ, ਅਨਹਦ ਸ਼ਬਦ ਕਹਿੰਦੇ ਨੇ, ਜਿਹਦੇ ਚੋਂ ਇਹ ਸਾਰਾ ਅੱਗੇ ਗਿਆਨ ਪ੍ਰਗਟ ਹੋਇਆ,
ਉਹਦੀ ਜਿਹੜੀ ਬਾਣੀ ਹੈ ਉਹ ਵੀ ਸਦੀਵੀ ਕਾਲ ਸਤ ਹੈ। ਕਰਤੂਤ ਸਤ, ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਪੁਰਖ ਕਹਿੰਦੇ ਨੇ ਸਾਡੀ ਆਤਮਾ ਨੂੰ, ਕਿ ਉਹ ਜਿਹੜੇ ਜੀਵ ਨੇ ਉਸ ਮਾਲਿਕ ਦੀ ਬਾਣੀ ਦੇ ਨਾਲ ਜੁੜ ਲਿਆ, ਉਹਨੇ ਇਸ ਗੱਲ ਨੂੰ ਸਮਝ ਲਿਆ। ਸਤ ਪੁਰਖ ਸਭ ਮਾਹੇ ਸਮਾਣੀ। ਉਹ ਮਾਲਿਕ ਦੀ ਜਿਹੜੀ ਆਵਾਜ਼ ਹੈ ਉਹ ਸਾਰਿਆਂ ਦੇ ਅੰਦਰ ਸਤ ਪੁਰਖ ਦੇ ਰੂਪ ਦੇ ਅੰਦਰ ਸਮਾਈ ਹੋਈ ਆ, ਜਿਹਨੂੰ ਆਪਾਂ ਆਤਮਿਕ ਬਾਣੀ ਕਹਿੰਦੇ ਆ। ਤੇ ਜਿਹਦਾ ਆਪਾਂ ਗਿਆਨ ਲੈਣਾ ਹੁੰਦਾ, ਜਿਹਦਾ ਗਿਆਨ ਲੈਣ ਤੋਂ ਬਾਅਦ ਆਪਾਂ ਨੂੰ ਸਾਡੇ ਜੀਵਨ ਦੇ ਆਨੰਦ ਦਾ ਭੇਦ ਆਉਂਦਾ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਹਨ, ਸ਼ਿਵ ਸ਼ਗਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਤੇ ਉਸ ਮਾਲਿਕ ਦਾ ਇਹ ਬੜਾ ਤਕੜਾ ਇੱਕ ਖੇਡ ਚੱਲ ਰਿਹਾ, ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ। ਆਪਾਂ ਜਿਸ ਤਰ੍ਹਾਂ ਇੱਕ ਆ ਜਿਹੜੀ ਭਾਸ਼ਾ ਬੋਲਦੇ ਆ, ਇਹਨੂੰ ਕਹਿੰਦੇ ਨੇ ਅਗਨ ਬਿੰਬ ਪਾਉਣੇ ਕੀ ਬਾਣੀ। ਕਿਉਂਕਿ ਇਹ ਪੌਣ ਪਾਣੀ ਅਗਨ ਤੋਂ ਤਿਆਰ ਹੁੰਦੀ ਆ, ਜਿਹੜੀ ਆਪਾਂ ਆ ਭਾਸ਼ਾ ਬੋਲਦੇ ਆ। ਗੁਰਬਾਣੀ ਦੇ ਅੰਦਰ ਬੜਾ ਗਹਿਰਾ ਗਿਆਨ ਦਿੱਤਾ ਗਿਆ। ਜਦੋਂ ਆਪਾਂ ਸਵਾਸ ਲੈਂਦੇ ਆ, ਪੌਣ ਅੰਦਰ ਜਾਂਦੀ ਆ, ਸਾਡੀ ਰਸਨਾ ਦੇ ਨਾਲ ਟਕਰਾਉਂਦੀ ਆ। ਇਹ ਤਿੰਨ ਹਿੱਸਿਆਂ ਦੇ ਅੰਦਰ ਵੰਡੀਆਂ ਜਾਂਦੀਆਂ ਤਿੰਨੇ ਚੀਜ਼ਾਂ, ਕਿਉਂਕਿ ਆ ਖਾਲੀ ਖਲਾ ਦੇ ਅੰਦਰ ਪੌਣ ਪਾਣੀ ਅਗਨ ਸਮਾਏ ਹੋਏ ਆ। ਤੇ ਜਿਹੜਾ ਅਗਨ ਹੈ ਉਹ ਸਾਡੀ ਰਸਨਾ ਦੇ ਸੱਜੇ ਪਾਸੇ ਹੋ ਜਾਂਦਾ, ਤੇ ਜਿਹੜਾ ਪਾਣੀ ਹੈ ਉਹ ਖੱਬੇ ਪਾਸੇ ਹੋ ਜਾਂਦਾ। ਜਿਹੜੀ ਪੌਣ ਹੈ ਇਹ ਰਸਨਾ ਦੇ ਵਿਚਕਾਰ ਚੱਲਦੀ ਹੈ। ਇਹ ਤਿੰਨੇ ਚੀਜ਼ਾਂ ਸਾਡੇ ਕੰਠ ਤੇ ਗਲੇ ਤੇ ਜਾ ਕੇ ਇਕੱਠੀਆਂ ਹੁੰਦੀਆਂ, ਜਿਨ੍ਹਾਂ ਦੇ ਨਾਲ ਫਿਰ ਸਾਡੀ ਆਵਾਜ਼ ਤਿਆਰ ਹੁੰਦੀ ਹੈ। ਹੁਣ ਪਾਤਸ਼ਾਹ ਸਮਝਾ ਰਹੇ ਹਨ, ਇੱਕ ਬਾਣੀ ਹੈ ਅਗਨ ਬਿੰਬ ਪਾਉਣੇ ਕੀ ਬਾਣੀ, ਤੀਨ ਨਾਮ ਕੇ ਦਾਤਾ। ਇਹ ਤਿੰਨੇ ਚੀਜ਼ਾਂ ਜਿਨ੍ਹਾਂ ਤੋਂ ਸਾਡੀ ਆ ਭਾਸ਼ਾ ਬੋਲ ਆਵਾਜ਼ ਤਿਆਰ ਹੁੰਦੀ ਆ, ਇਹ ਸਾਰੀਆਂ ਉਸ ਮਾਲਿਕ ਦੀ ਨਾਮ ਬਾਣੀ ਦੇ ਦਾਸ ਨੇ, ਉਹਦੇ ਨੌਕਰ ਨੇ, ਕਿਉਂਕਿ ਉਹਦੇ ਚੋਂ ਪ੍ਰਗਟ ਹੋਏ ਨੇ। ਇਸ ਕਰਕੇ ਜਿਹੜੀ ਉਹ ਮਾਲਿਕ ਦੀ ਬਾਣੀ ਹੈ ਉਹ ਸਦਾ ਵਾਸਤੇ ਸੱਚ ਹੈ। ਆਪਣੀ ਜਿਹੜੀ ਆਵਾਜ਼ ਆ ਇਹ ਕਿਸੇ ਟਾਈਮ ਵੀ ਬੰਦ ਹੋ ਸਕਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਉਹ ਸਤ ਪੁਰਖ ਹੈ, ਉਹਦਾ ਜਿਹੜਾ ਕਰਮ ਹੈ ਉਹ ਵੀ ਸੱਚ, ਕਰਤੂਤ ਸੱਤ, ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਉਹ ਸਾਡੀ ਆਤਮਿਕ ਰੂਪ ਦੇ ਅੰਦਰ ਹਰੇਕ ਜੀਵ ਦੇ ਅੰਦਰ ਸਮਾਈ ਹੋਈ ਹੈ। ਤੇ ਜਦੋਂ ਅਸੀਂ ਫਿਰ ਮਿਹਨਤ ਕਰਦੇ ਹਾਂ ਤਾਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ, ਜਿਵੇਂ ਆਪਾਂ ਨੂੰ ਗੁਰਮੰਤਰ ਦਾ ਅਭਿਆਸ ਕਰਨ ਦਾ ਹੁਕਮ ਕੀਤਾ ਗਿਆ, ਮਿਹਨਤ ਕਰਦਿਆਂ ਕਰਦਿਆਂ ਸਾਡੇ ਅੰਦਰੋਂ ਸਾਡੀ ਆਤਮਿਕ ਜਿਹੜੀ ਆਵਾਜ਼ ਹੈ ਉਹ ਚੱਲਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀ ਸਦੀਵੀ ਸੱਚ ਹੈ, ਸੱਚ ਦੇ ਮੁਖ ਤੋਂ ਪ੍ਰਗਟ ਹੋਈ ਹੈ, ਤੇ ਜਿਹੜੀ ਸਾਡੀ ਸੁਰਤ ਨੂੰ ਆਪਦੇ ਨਾਲ ਉਠਾ ਕੇ ਸੱਚ ਪ੍ਰਕਾਸ਼ ਤੱਕ ਲੈ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਹਨ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ। ਮਹਾਰਾਜ ਕਹਿੰਦੇ ਉਹ ਮਾਲਿਕ ਦੀ ਜਿਹੜੀ ਬਖਸ਼ਿਸ਼ ਹੈ, ਇੱਥੇ ਕਰਮ ਦੇ ਅਰਥ ਨੇ ਬਖਸ਼ਿਸ਼। ਜੋ ਆਪਾਂ ਸਾਰੇ ਚਾਹੁੰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਤੇਰੀ ਰਹਿਮਤ ਤੋਂ ਬਿਨਾਂ ਸਾਡਾ ਜੀਵਨ ਸੁਚੱਜਾ ਨਹੀਂ ਬਣਦਾ, ਸੁਖਾਲਾ ਨਹੀਂ ਬਣਦਾ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਸਤ ਕਰਮ ਜਾ ਕੀ ਰਚਨਾ ਸਤ। ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਵੀ ਸਦੀਵੀ ਸੱਚ ਹੈ, ਕਿਉਂਕਿ ਮਾਲਿਕ ਦੀ ਬਖਸ਼ਿਸ਼ ਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਜੇ ਭਾਈ ਤੁਸੀਂ ਬਖਸ਼ਿਸ਼ ਚਾਹੁੰਦੇ ਹੋ, ਜੇ ਤੁਸੀਂ ਕੋਈ ਕਿਰਪਾ ਚਾਹੁੰਦੇ ਹੋ, ਤਾਂ ਕੇਵਲ ਨਿਰੰਕਾਰ ਮਾਲਿਕ ਦੇ ਅੱਗੇ ਬੇਨਤੀ ਜੋਦੜੀ ਕਰਿਆ ਕਰੋ, ਉਹਦੀ ਭਜਨ ਬੰਦਗੀ ਕਰਿਆ ਕਰੋ, ਉਹਦਾ ਸੇਵਾ ਸਿਮਰਨ ਕਰਿਆ ਕਰੋ।
ਦੁਨੀਆ ਦੇ ਅੰਦਰ ਬਹੁਤ ਲੋਕ ਬੈਠੇ ਨੇ ਜਿਹੜੇ ਕਹਿੰਦੇ ਅਸੀਂ ਬਖਸ਼ਿਸ਼ਾਂ ਤੁਹਾਡੇ ਤੇ ਕਰ ਦਿਆਂਗੇ। ਉਹਨਾਂ ਦੀ ਬਖਸ਼ਿਸ਼ ਤਾਂ ਝੂਠੀ ਹੋ ਸਕਦੀ ਹੈ ਕਿਉਂਕਿ ਪਖੰਡ ਦਾ ਦੌਰ ਹੈ, ਪਰ ਜਿਹੜੀ ਸਾਡੇ ਮਾਲਕ ਦੀ ਬਖਸ਼ਿਸ਼ ਹੈ, ਜਿਹੜੇ ਨਜ਼ਰ ਜੀਵ ਨੇ ਉਸ ਦੀ ਪ੍ਰਾਪਤੀ ਕਰ ਲਈ, ਉਹਨੂੰ ਕੋਈ ਝਠਲਾ ਨਹੀਂ ਸਕਦਾ। ਐਸੇ ਗੁਰਬਾਣੀ ਦੇ ਅੰਦਰ ਆਪਾਂ ਹਵਾਲੇ ਪੜ੍ਹਦੇ ਹਾਂ, ਭਗਤਾਂ ਨੇ ਉਸ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣੇ ਤੇ ਕਿੱਡੇ ਕਿੱਡੇ ਉੱਚੇ ਜੀਵਨ ਉਹਨਾਂ ਦੇ ਮਾਲਕ ਨੇ ਬਣਾਤੇ। ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਕਿਉਂਕਿ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਸਦੀਵੀ ਕਾਲ ਸੱਚ ਹੈ, ਜਿਹਨੂੰ ਕੋਈ ਝਠਲਾ ਨਹੀਂ ਸਕਦਾ। ਪਰ ਇਨਸਾਨ ਸੰਗਤ ਨਾ ਕਰਨ ਕਰਕੇ, ਗੁਰਮਤ ਦਾ ਗਿਆਨ ਨਾ ਹੋਣ ਕਰਕੇ, ਸੱਚੀ ਸੰਗਤ ਨਾ ਮਿਲਣ ਕਰਕੇ, ਪੂਰਨ ਸਾਧੂ ਦੀ ਸੰਗਤ ਨਾ ਮਿਲਣ ਕਰਕੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਭਾਲਦਾ, ਉਹ ਹੋਰ ਗੱਲਾਂ ਦੇ ਮਗਰ ਭੱਜਿਆ ਫਿਰਦਾ। ਤੇ ਪਾਤਸ਼ਾਹ ਦੀ ਬਾਣੀ ਸਾਨੂੰ ਹਮੇਸ਼ਾ ਇਹੀ ਸਮਝਾਉਂਦੀ ਕਿ ਭਾਈ ਜਿਹੜਾ ਜੀਵ ਮਾਲਕ ਨੂੰ ਛੱਡ ਕੇ ਕਿਤੇ ਹੋਰ ਦੌੜਿਆ ਫਿਰਦਾ, ਖਸਮ ਸੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ। ਇਸ ਕਰਕੇ ਗੁਰੂ ਨਾਨਕ ਦੇ ਘਰ ਨੇ ਸਾਨੂੰ ਇੱਕ ਅਕਾਲ ਪੁਰਖ ਮਾਲਕ ਦੀ ਬੰਦਗੀ ਸੇਵਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਅਫਸੋਸ ਐਡਾ ਮਹਾਰਾਜ ਦਾ ਗਿਆਨ ਹੋਣ ਦੇ ਬਾਵਜੂਦ ਵੀ ਐਸੇ ਵੀ ਲੋਕ ਕਈ ਵੇਖੇ ਆ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਗੁਰੂ ਵਾਲੇ ਬਣ ਕੇ ਬਾਣੀ ਪੜ੍ਹਦਿਆਂ ਦੀ, ਸੁਣਦਿਆਂ ਦੀ ਸਿਆਣਪ ਵੀ ਬੜੀ ਦਿਖਾਉਂਦੇ ਆ, ਪਰ ਉਹ ਐਸੀਆਂ ਜਗ੍ਹਾ ਤੇ ਜਾ ਕੇ ਪੂਜਾ ਕਰਦੇ ਆ ਜਿੱਥੇ ਸੋਭਾ ਨਹੀਂ ਦਿੰਦਾ। ਇੱਕ ਕਲਗੀਧਰ ਪਾਤਸ਼ਾਹ ਦੀ ਕਿਰਪਾ ਵਾਲੇ ਅੰਮ੍ਰਿਤ ਛਕੇ ਵਾਲੇ ਸਿੰਘ ਨੂੰ, ਗੁਰੂ ਨਾਨਕ ਲੇਵਾ ਸਿੱਖਾਂ ਨੂੰ ਥਾਂ ਥਾਂ ਤੇ ਜਾ ਕੇ ਮੱਥੇ ਰਗੜਨੇ ਸੋਭਾ ਦਿੰਦੇ ਨਹੀਂ। ਥਾਂ ਤੇ ਸਿਆਣਿਆਂ ਕੋਲੇ ਜਾ ਕੇ ਪੁੱਛਾਂ ਲੈਣੀਆਂ, ਪੰਡਤਾਂ ਕੋਲੋਂ ਵਿਆਹ ਦੇ ਬੱਚਿਆਂ ਦੇ ਮੁਹੂਰਤ ਕਢਾਉਣੇ ਤੇ ਹੋਰ ਐਸੇ ਕਰਮ ਜਿਨ੍ਹਾਂ ਨੂੰ ਕਰਦਿਆਂ ਹੋਇਆਂ ਜੀਵ ਨੂੰ ਥੋੜ੍ਹੀ ਜਿਹੀ ਸ਼ਰਮ ਵੀ ਆਉਂਦੀ ਹੈ ਕਈ ਵਾਰ। ਪਰ ਕਈ ਵਾਰ ਇੰਨੇ ਮਜਬੂਰ ਹੋ ਜਾਂਦੇ ਆ ਜਦੋਂ ਗੁਰੂ ਤੇ ਭਰੋਸਾ ਨਹੀਂ, ਜਾਂ ਬਾਣੀ ਨਹੀਂ ਪੜ੍ਹਦੇ, ਜਾਂ ਸੇਵਾ ਸਿਮਰਨ ਕਰਕੇ ਤਕੜਾ ਨਹੀਂ ਕੀਤਾ ਮਨ, ਤੇ ਫੇਰ ਤਾਂ ਉਹ ਜਿਹੜੇ ਹਾਲਾਤ ਨੇ ਸੰਸਾਰ ਦੇ ਆਪਾਂ ਸਾਹਮਣੇ ਵੇਖ ਹੀ ਰਹੇ ਹਾਂ। ਇੱਕ ਦਿਨ ਕੱਲ ਪਰਸੋਂ ਬੜਾ ਇੱਕ ਦਰਦ ਵੀ ਹੁੰਦਾ ਇਹ ਜਿਹੀਆਂ ਚੀਜ਼ਾਂ ਨੂੰ ਵੇਖ ਕੇ ਤੇ ਹਾਸਾ ਵੀ ਆਉਂਦਾ। ਕਿਸੇ ਗੁਰਦੁਆਰੇ 'ਚ ਕੋਈ ਪੱਤਰਕਾਰ ਚਲੀ ਗਈ ਲੜਕੀ, ਤੇ ਉੱਥੇ ਇੱਕ ਜੋੜੇ ਘਰ ਦੀ ਸੇਵਾ ਕਰਦਾ ਸੀ, ਬਜ਼ੁਰਗ ਹੋਊਗੀ 55-60 ਸਾਲ ਦੀ ਉਮਰ, ਤੇ ਉਹ ਲੜਕੀ ਨੇ ਸੁਭਾਵਕ ਪੁੱਛ ਲਿਆ, ਕਹਿੰਦੀ ਜੀ ਬਾਬਾ ਜੀ ਤੁਹਾਡਾ ਸੇਵਾ ਕਰਦਿਆਂ ਨੂੰ ਕਿੰਨੇ ਚਿਰ ਹੋ ਗਏ ਜੋੜੇ ਘਰ 'ਚ? ਉਹ ਕਹਿੰਦਾ ਜੀ ਹੋ ਗਏ 20 ਸਾਲ। ਅੰਮ੍ਰਿਤ ਛਕੇ ਨੂੰ ਕਹਿੰਦਾ ਜੀ ਹੋ ਗਏ 40 ਸਾਲ। ਉਹ ਕਹਿੰਦੀ ਫਿਰ 5 ਪਿਆਰਿਆਂ ਦੇ ਨਾਂ ਹੀ ਦੱਸ ਦਿਓ। ਉਹ ਮੂੰਹ ਪਰੇ ਨੂੰ ਕਰਕੇ ਭੱਜਿਆ ਵਿਚਾਰਾ, ਕਿਉਂਕਿ ਆਉਂਦੇ ਨਹੀਂ। ਫਿਰ ਉਹਨੇ ਇੱਕ ਹੋਰ ਉੱਥੇ ਬੀਬੀ ਨਾਲ ਗੱਲ ਕੀਤੀ, ਕਹਿੰਦੀ ਮਾਤਾ ਜੀ ਕਿੰਨੇ ਸਾਲ ਹੋ ਗਏ ਗੁਰੂ ਘਰੇ ਆਉਂਦਿਆਂ ਨੂੰ? ਉਹ ਕਹਿੰਦੀ ਜੀ ਬਹੁਤ। ਕਹਿੰਦੀ 4 ਸਾਹਿਬਜ਼ਾਦਿਆਂ ਦੇ ਨਾਂ ਹੀ ਸੁਣਾ ਦਿਓ। ਉਹ ਤੋਂ ਸੁਣਾਏ ਨਹੀਂ ਗਏ। ਉਹ ਲੜਕੀ ਨੇ ਲੱਗਦਾ ਇਉਂ ਸੀ ਜਿਵੇਂ ਹਿੰਦੂ ਮੈਂਡਡ ਹੋਵੇ, ਅਫਸੋਸ ਜ਼ਾਹਰ ਕੀਤਾ, ਕਹਿੰਦੇ ਕੀ ਸਾਡੀ ਬਸ ਇੱਥੇ ਹੀ ਖੜ ਗਈ ਸਿੱਖੀ। ਇਸ ਕਰਕੇ ਜਦੋਂ ਅਸੀਂ ਗੁਰਮਤ ਦੇ ਸਿਧਾਂਤ ਤੋਂ, ਜੋ ਸਾਡੇ ਅੱਜ ਮਨ ਦੇ ਵਿਚਾਰ ਨੇ ਕਿ ਗੁਰਦੁਆਰੇ ਜਾਣਾ ਆਉਣਾ, ਬਾਣੀ ਪੜ੍ਹਨੀ, ਉਹਨੂੰ ਵਿਚਾਰਨਾ ਨਹੀਂ ਹੈ, ਜੋ ਗੁਰੂ ਕਹਿੰਦਾ ਉਹ ਕਰਨਾ ਨਹੀਂ ਹੈ, ਤੇ ਬਾਰ ਦੀ ਸਿੱਖੀ ਅਸੀਂ ਭੱਜੇ ਫਿਰਦੇ ਹਾਂ। ਤੇ ਜਦੋਂ ਇਹੋ ਜਿਹੀਆਂ ਮੁਸ਼ਕਿਲਾਂ ਸੰਸਾਰ ਦੇ ਅੰਦਰ ਫਿਰ ਮੀਡੀਆ 'ਚ ਜਾਂਦੀਆਂ ਤੇ ਬੜਾ ਅਫਸੋਸ ਹੁੰਦਾ। ਇਸੇ ਕਰਕੇ ਅੱਜ ਸੰਸਾਰ ਦੇ ਅੰਦਰ ਆਪਾਂ ਵੇਖ ਰਹੇ ਹਾਂ ਵਿਚਾਰੇ ਜੀਵ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਸਦਾ ਹੀ ਸੱਚ ਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਤ ਕਰਮ ਜਾ ਕੀ ਰਚਨਾ ਸਤ, ਜਿਹੜੀ ਮਾਲਕ ਦੀ ਬਖਸ਼ਿਸ਼ ਹੈ, ਅਟਲ ਹੈ,
ਉਹਦੀ ਜਿਹੜੀ ਰਚਨਾ ਬਣਾਈ ਹੋਈ ਆ ਉਹ ਵੀ ਸੱਚ ਹੈ। ਕਿਉਂਕਿ ਜਿਹੜਾ ਪੈਦਾ ਹੀ ਸਾਰਾ ਕੁਝ ਸਾਡਾ ਮੂਲ ਹੀ ਸੱਚ ਹੈ, ਤਾਂ ਉਹਨੂੰ ਝੁਠਲਾਇਆ ਕਿਵੇਂ ਜਾਏਗਾ। ਮੂਲ ਸੱਤ, ਸੱਤ ਉਤਪੱਤ। ਉਤਪਤੀ ਕਹਿੰਦੇ ਨੇ ਪੈਦਾ ਹੋਈ ਸੰਸਾਰ ਨੂੰ, ਕਿ ਜਿੰਨੀ ਆਪਾਂ ਦ੍ਰਿਸ਼ਟਮਾਨ ਸੰਸਾਰ ਵੇਖ ਰਹੇ ਹਾਂ ਉਤਪਤੀ, ਇਹ ਵੀ ਸੱਚ ਹੀ ਹੈ। ਤੇ ਪੈਦਾ ਕਿੱਥੋਂ ਹੋਏ ਆ? ਸਾਡੇ ਮੂਲ ਦੇ ਵਿੱਚੋਂ। ਮੂਲ ਸਾਡਾ ਕੀ ਆ? ਪਰਮਾਤਮਾ, ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਜੰਮਦਾ ਨਹੀਂ, ਮਰਦਾ ਨਹੀਂ, ਅਵਿਨਾਸ਼ੀ ਆ ਸਦਾ ਵਾਸਤੇ। ਉਹਦੇ ਚੋਂ ਪੈਦਾ ਹੋਈ ਸਾਰੀ ਚੀਜ਼ ਜਿਹੜੀ ਸੱਚ ਆ। ਪਰ ਜਿੰਨਾ ਚਿਰ ਅਸੀਂ ਉਹ ਤੋਂ ਵੱਖ ਹਾਂ, ਸਾਡਾ ਵੱਖਰਾ ਰੂਪ ਆ। ਜਿਵੇਂ ਸੁਨਿਆਰੇ ਲੋਕ ਇੱਕ ਸੋਨਾ ਲੈਂਦੇ ਆ, ਉਹਦੇ ਚੋਂ ਵੱਖਰੇ ਵੱਖਰੇ ਗਹਿਣੇ ਤਿਆਰ ਕਰ ਦਿੱਤੇ ਜਾਂਦੇ ਆ। ਜਿੰਨਾ ਚਿਰ ਉਹ ਗਹਿਣਿਆਂ ਦੇ ਰੂਪ 'ਚ ਉਹਨਾਂ ਦਾ ਵੱਖਰਾ ਨਾਂ ਆ। ਜਦੋਂ ਦੁਬਾਰੇ ਫੇਰ ਢਾਲ ਕੇ ਉਹਨੂੰ ਢਾਲ ਦਿੰਦੇ ਆ ਤੇ ਉਹ ਸੋਨਾ ਬਣ ਜਾਂਦਾ। ਮਿੱਟੀ ਦੇ ਭਾਂਡੇ ਘੁਮਿਆਰ ਤਿਆਰ ਕਰਦੇ ਆ, ਜਿੰਨਾ ਚਿਰ ਭਾਂਡਿਆਂ ਦੇ ਰੂਪ 'ਚ ਵੱਖਰਾ ਨਾਂ ਆ, ਤੇ ਜਦੋਂ ਦੁਬਾਰੇ ਉਹ ਮਿੱਟੀ 'ਚ ਰਲ ਕੇ ਇੱਕ ਰੂਪ ਹੋ ਗਏ। ਇਸੇ ਤਰ੍ਹਾਂ ਪਾਤਸ਼ਾਹ ਸਮਝਾ ਰਹੇ ਆ, ਮੂਲ ਸੱਤ, ਸੱਤ ਉਤਪੱਤ, ਸੱਤ ਕਰਨੀ, ਨਿਰਮਲ ਨਿਰਮਲੀ। ਉਸ ਮਾਲਿਕ ਦੀ ਜਿਹੜੀ ਕਰਨੀ ਆ, ਜੋ ਸੰਸਾਰ 'ਚ ਹੋ ਰਿਹਾ ਉਹ ਵੀ ਸੱਤ ਹੈ। ਪਰ ਜੀਵ ਮੰਨਦਾ ਨਹੀਂ। ਸਾਡੇ ਦੁੱਖਾਂ ਦਾ ਕਾਰਨ ਇਹ ਕਿ ਅਸੀਂ ਆਪਣਾ ਜੀਵਨ ਆਪਦੀ ਮਤ ਅਨੁਸਾਰ ਚਲਾਉਣਾ ਚਾਹੁੰਦੇ ਹਾਂ, ਪਰ ਨਹੀਂ ਚੱਲੇਗਾ। ਚੱਲੇਗਾ ਉਵੇਂ ਜਿਵੇਂ ਮਾਲਿਕ ਦੀ ਰਜ਼ਾ। ਜੇ ਫਿਰ ਆਪਦੀ ਮਤ ਨਾਲ ਸਾਨੂੰ ਸੁੱਖ ਮਿਲਦੇ ਹੋਣ ਤਾਂ ਸੰਸਾਰ 'ਚ ਕੋਈ ਦੁਖੀ ਨਾ ਹੋਵੇ। ਕਿਹੜਾ ਕਮਲਾ ਇੱਥੇ ਜੀ, ਸਾਰੇ ਸਿਆਣੇ ਆ, ਇੱਕ ਦੋ ਇੱਕ ਸਿਆਣਾ। ਪਰ ਨਹੀਂ, ਪਾਤਸ਼ਾਹ ਕਹਿੰਦੇ ਉਹਦੀ ਜਿਹੜੀ ਆ ਚੱਲ ਰਹੀ ਆ ਨਾ ਸੰਸਾਰ ਦੀ ਕਰਨੀ ਸੱਚ ਆ। ਜਿਹੋ ਜਿਹੇ ਜੀਵ ਦੇ ਕਰਮ ਬੀਜੇ ਆ ਉਹਨਾਂ ਨੂੰ ਵੱਢਣਾ ਪੈਣਾ। ਮਤ ਕੋਈ ਇਹ ਭੁਲੇਖਾ ਰੱਖੇ ਕਿ ਬੀਜੈ ਬਿਖ ਮੰਗੈ ਅੰਮ੍ਰਿਤ, ਕਿ ਮੈਂ ਕਰਮ ਤਾਂ ਮਾੜੇ ਕਰਾਂ ਤੇ ਮਿਲੇ ਮੈਨੂੰ ਸੁੱਖ। ਇਹ ਹੋ ਨਹੀਂ ਸਕੇਗਾ ਪ੍ਰਮਾਤਮਾ ਦੇ ਘਰ 'ਚ। ਜਿਹੋ ਜਿਹਾ ਬੀਜ ਬੀਜਦਾ ਜੀਵ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੇ ਇਹ ਬੀਜ ਬੀਜਣ ਵੇਲੇ ਸੋਚਣਾ ਪਊਗਾ ਕਿ ਕਰਮ ਅੱਛੇ ਦਾ ਬੀਜ ਰਹੇ ਆ ਤਾਂ ਫਲ ਮਿਲ ਜੂਗਾ, ਜੇ ਮਾੜੇ ਦਾ ਬੀਜ ਰਹੇ ਆ ਤਾਂ ਫਿਰ ਸਜ਼ਾ ਭੁਗਤਣ ਨੂੰ ਤਿਆਰ ਵੀ ਰਹਿਣਾ ਚਾਹੀਦਾ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਸਮਾਂ ਕਲੂ ਦਾ ਚੱਲ ਰਿਹਾ। ਅਬ ਕਲੂ ਆਇਓ ਰੇ, ਇੱਕ ਨਾਮ ਬੋਬੋ ਬੋਬੋ, ਕਿ ਭਾਈ ਕਲਯੁਗ ਦੇ ਸਮੇਂ ਨਾਮ ਪਰਮੇਸ਼ਰ ਦਾ ਇਹ ਆਪਣੀ ਕਾਇਆ ਰੂਪੀ ਧਰਤ 'ਚ, ਸਰੀਰ ਰੂਪੀ ਧਰਤੀ ਤੇ ਹਿਰਦੇ ਦੇ ਅੰਦਰ ਬੀਜੋ, ਜੇ ਸੁੱਖ ਦੀ ਆਸ ਚਾਹੁੰਦੇ ਆ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਸੱਤ ਕਰਨੀ, ਨਿਰਮਲ ਨਿਰਮਲੀ। ਉਸ ਮਾਲਿਕ ਦੀ ਜਿਹੜੀ ਇਹ ਕਰਨੀ ਆ ਉਹ ਨਿਰਮਲ ਆ, ਉਹਦੇ 'ਚ ਕੋਈ ਖੋਟ ਨਹੀਂ ਹੈ। ਸੰਸਾਰ ਵਾਂਗੂ ਨਹੀਂ ਹੈ। ਜਿਵੇਂ ਸੰਸਾਰ ਦਾ ਕਾਨੂੰਨ ਆ, ਇੱਥੇ ਤਾਂ ਬੰਦੇ ਗਲਤੀਆਂ ਕਰਕੇ, ਰਿਸ਼ਵਤਾਂ ਦੇ ਕੇ, ਝੂਠ ਬੋਲ ਕੇ ਉਹ ਕਾਨੂੰਨ ਨੂੰ ਵੀ ਝੂਠਾ ਕਰ ਦਿੰਦੇ ਆ। ਪਰ ਪਰਮਾਤਮਾ ਦੇ ਕਾਨੂੰਨ ਨੂੰ ਕੋਈ ਝੂਠਾ ਨਹੀਂ ਕਰ ਸਕੇਗਾ। ਉਹ ਤਾਂ ਜਿਹੋ ਜਿਹਾ ਕੋਈ ਕਰੇਗਾ ਤੇ ਉਹੋ ਜਿਹਾ ਉਹਨੂੰ ਵੀ ਭੋਗਣਾ ਪੈਣਾ। ਇਸ ਕਰਕੇ ਤੀਸਰੇ ਪਾਤਸ਼ਾਹ ਰੋਜ਼ ਸਮਝਾ ਰਹੇ ਆ, ਐਸਾ ਕੰਮ ਮੂਲੇ ਨਾ ਕੀਚੈ, ਜਤ ਅੰਤ ਪਛੋ ਤਾਈ ਹੈ। ਕਿ ਕੋਈ ਭਾਈ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਕਿ ਕੀ ਕਰ ਰਿਹਾ, ਤੇ ਜਿਹੜਾ ਫਿਰ ਐਸਾ ਕੋਈ ਨਾ ਕਰੋ ਜਿਹਦਾ ਕਰਕੇ ਪਛਤਾਉਣਾ ਪਵੇ। ਪਾਤਸ਼ਾਹ ਸਮਝਾ ਰਹੇ ਹਨ, ਸੱਤ ਕਰਨੀ, ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ। ਜਿਨ੍ਹਾਂ ਨੂੰ ਫਿਰ ਇਹ ਗੱਲ ਪਰਮਾਤਮਾ ਬੁਝਾ ਦਿੰਦਾ, ਕਿਹੜੀ? ਉਹ ਮਾਲਿਕ ਦੀ ਰਜ਼ਾ 'ਚ ਰਹਿਣਾ ਜਿਹੜਾ ਸਿੱਖ ਲੈਂਦਾ, ਜਿਹੜਾ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਸ਼ੁਰੂ ਕਰ ਦਿੰਦਾ। ਜਿੱਥੇ ਸਚਿਆਰਾ ਸਿੱਖ ਬਣ ਜਾਂਦਾ, ਜਿੱਥੇ ਉਹਦੀ ਰਜ਼ਾ 'ਚ ਰਹਿਣਾ ਸ਼ੁਰੂ ਕਰ ਦਿੰਦਾ, ਉਹ ਫਿਰ ਕੀ ਮਹਾਰਾਜ ਕਹਿੰਦੇ, ਜਿਸੇ ਬੁਝਾਏ। ਜਿਹਨੂੰ ਇਹ ਗੱਲ ਉਹਨੇ ਬੁਝਾਤੀ
ਤਿਸੈ ਸਭ ਭਲੀ। ਉਹ ਪਰਮਾਤਮਾ ਦੇ ਕੀਤੇ ਹੋਏ ਤੇ ਇਤਰਾਜ਼ ਨਹੀਂ ਕਰਦਾ। ਸਾਨੂੰ ਸਿਖਾਇਆ ਵੀ ਹੈ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪ੍ਰੈਕਟੀਕਲ ਵੀ ਕਰਕੇ ਵਿਖਾਇਆ। ਤਤੀ ਤਵੀ ਤੇ ਬੈਠ ਕੇ ਵੀ ਆਵਾਜ਼ ਦਿੱਤਾ ਕਿ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕੋਈ ਉੱਥੇ ਅਲੰਭਾ ਨਹੀਂ ਦਿੱਤਾ ਕਿ ਮੈਂ ਤੇਰਾ ਭਗਤ ਹਾਂ, ਮੈਨੂੰ ਏਡਾ ਵੱਡਾ ਕਸ਼ਟ ਕਿਉਂ। ਪਾਤਸ਼ਾਹ ਨੇ ਜਿੱਥੇ ਸਾਨੂੰ ਗਿਆਨ ਦਿੱਤਾ ਗੁਰੂ ਨਾਨਕ ਦੇ ਘਰ ਨੇ, ਉੱਥੇ ਪ੍ਰੈਕਟੀਕਲ ਦ੍ਰਿਸ਼ਟਮਾਨ ਦੇ ਅੰਦਰ ਸਾਨੂੰ ਇਹ ਸਿਖਾਇਆ ਵੀ ਹੈ ਕਿ ਗੁਰੂ ਨਾਨਕ ਦਾ ਘਰ ਇਕੱਲੇ ਵਚਨ ਹੀ ਨਹੀਂ ਕਰਦਾ, ਕਥਨੀ ਤੇ ਕਰਨੀ 'ਚ ਕੋਈ ਫਰਕ ਨਹੀਂ ਹੈ। ਜੇ ਦੂਸਰਿਆਂ ਨੂੰ ਉਪਦੇਸ਼ ਦਿੰਦਾ ਕਿ ਮਾਲਕ ਦੀ ਰਜ਼ਾ 'ਚ ਰਹੋ, ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰਹਿ ਕੇ ਵੀ ਦਿਖਾਇਆ, ਨਹੀਂ ਜੋ ਚਾਹੇ ਕਰ ਸਕਦੇ ਸੀ। ਤੇ ਇਸ ਕਰਕੇ ਪਾਤਸ਼ਾਹ ਫਿਰ ਸਮਝਾ ਰਹੇ ਆ, ਜਿਹੜੇ ਫਿਰ ਗੁਰੂ ਦੇ ਵਚਨਾਂ ਤੇ ਜੀਵ ਚੱਲਦੇ, ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਦੇ, ਉਹਨਾਂ ਨੂੰ ਮਾਲਕ ਇੱਕ ਤਾਕਤ ਦਿੰਦਾ, ਕਾਹਦੀ ਰਜ਼ਾ 'ਚ ਰਹਿਣ ਦੀ, ਹੁਕਮ ਦੇ ਅੰਦਰ ਰਹਿਣ ਦੀ। ਤੇ ਉਹ ਫਿਰ ਜੋ ਪਰਮਾਤਮਾ ਦਾ ਖੇਡ ਚੱਲ ਰਿਹਾ ਉਹਨੂੰ ਭਲਾ ਕਰਕੇ ਮੰਨਦੇ ਆ। ਜਿਸੇ ਬੁਝਾਏ ਤਿਸੇ ਸਭ ਭਲੀ, ਕਿਉਂਕਿ ਸਤਿਨਾਮ ਪ੍ਰਭ ਕਾ ਸੁਖਦਾਈ। ਉਹਨਾਂ ਨੇ ਇੱਕ ਸੁਖ ਦੇਣ ਵਾਲੀ ਵਸਤੂ ਦਾ ਆਸਰਾ ਲੈ ਲਿਆ। ਕਾਹਦਾ? ਸਤਿਨਾਮ, ਜੋ ਉਸ ਮਾਲਕ ਦਾ ਸੱਚਾ ਨਾਮ, ਜਿਹੜਾ ਸਾਰੇ ਰੋਗਾਂ ਦੀ ਦਵਾਈ ਦੱਸਦਾ ਬਾਣੀ ਦੇ ਅੰਦਰ, ਸਰਬ ਰੋਗ ਕਾ ਔਖਦ ਨਾਮ। ਸਤਿਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰ ਜਿਨ੍ਹਾਂ ਦਾ ਵਿਸ਼ਵਾਸ ਬਣ ਗਿਆ, ਫਿਰ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਜੀ ਵਿਸ਼ਵਾਸ ਕਿਵੇਂ ਬਣੇ? ਕਹਿੰਦੇ ਗੁਰੂ ਦੀ ਮੱਤ ਦੁਆਰਾ ਬਣੇਗਾ ਨਹੀਂ, ਗੁਰੂ ਦੇ ਗਿਆਨ ਬਗੈਰ ਬਣੇਗਾ ਨਹੀਂ। ਹੁਣ ਜਿਹੜੇ ਜੀਵ ਨੂੰ ਗੁਰੂ ਦਾ ਗਿਆਨ ਹੀ ਨਹੀਂ ਹੈ, ਕਿ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਿ ਭਾਈ ਤੁਸੀਂ ਆਇਓ ਸੰਸਾਰ ਦੇ ਅੰਦਰ, ਆਇਓ ਸੁਣਨ ਪੜ੍ਹਨ ਕੋ ਬਾਣੀ, ਤੇ ਸਾਡਾ ਗਿਆਨ ਇਹ ਕਹਿੰਦਾ ਸਾਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ। ਫਿਰ ਕਿਵੇਂ ਵਿਸ਼ਵਾਸ ਬਣੇ ਜੀ? ਗੁਰੂ ਇਹ ਕਹਿੰਦਾ ਕਿ ਭਾਈ ਤੁਹਾਡੀ ਪਰਮਾਤਮਾ ਨੂੰ ਮਿਲਣ ਦੀ ਵਾਰੀ ਆ, ਅਸੀਂ ਕਹਿੰਦੇ ਇਹ ਕੰਮ ਅਸੀਂ ਕਰਨਾ ਨਹੀਂ, ਵਿਸ਼ਵਾਸ ਕਿਵੇਂ ਬਣੇ? ਗੁਰੂ ਸਾਡਾ ਸਮਝਾ ਰਿਹਾ ਕਿ ਭਾਈ ਤੁਸੀਂ ਪਰਮਾਤਮਾ ਦਾ ਸਿਮਰਨ ਕਰਕੇ ਸੁਖੀ ਹੋ ਜਾਓਗੇ। ਅਸੀਂ ਕਹਿੰਦੇ ਹਾਂ ਜੀ ਸਾਨੂੰ ਲੋੜ ਨਹੀਂ, ਅਸੀਂ ਤਾਂ ਝੂਠ ਨਹੀਂ ਬੋਲਦੇ, ਅਸੀਂ ਠੱਗੀ ਨਹੀਂ ਮਾਰਦੇ, ਅਸੀਂ ਆਏ ਹਾਂ ਆਪਦੇ ਗੁਣਾਂ ਦਾ ਬੜਾ ਨਮੈਸ਼ ਲਾ ਕੇ ਖੜਦੇ ਹਾਂ। ਕਿਉਂਕਿ ਗੁਣਾਂ ਦੀ ਨਮੈਸ਼ ਬਹੁਤ ਲਾਉਂਦਾ ਸੰਸਾਰ ਦੇ ਅੰਦਰ। ਇਨਸਾਨ ਜਿੱਥੇ ਖੜੂਗਾ ਆਪਦੇ ਗੁਣਾਂ ਦੀ ਨਮੈਸ਼ ਲਾ ਰਿਹਾ ਜੀ। ਠੀਕ ਆ, ਅੱਛੇ ਗੁਣ ਹੋਣੇ ਚਾਹੀਦੇ ਆ, ਪਰ ਜੇ ਅਸੀਂ ਇੱਥੇ ਹੀ ਖੜ ਜਾਂਦੇ ਹਾਂ ਤਾਂ ਫਿਰ ਵੀ ਅਸੀਂ ਗੁਰੂ ਦੀ ਗੱਲ ਨੂੰ ਨਾ ਮੰਨਿਆ। ਗੁਰੂ ਸਾਡਾ ਹੁਕਮ ਕਰਦਾ ਕਿ ਤੁਹਾਤੋਂ ਕੱਲੇ ਕੱਲੇ ਸਵਾਸ ਦਾ ਹਿਸਾਬ ਮੰਗਿਆ ਜਾਣਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਤੇ ਅੱਜ ਦਾ ਇਨਸਾਨ ਕਹਿੰਦਾ ਜੀ ਅੱਗਾ ਕਿਹੜਾ ਕਿਸੇ ਨੇ ਵੇਖਿਆ, ਆਹ ਜੱਗ ਮਿੱਠਾ ਅੱਗਾ ਕਿਹਨੇ ਡਿੱਠਾ। ਕਹਿਣ ਤੋਂ ਭਾਵ ਫਿਰ ਵਿਸ਼ਵਾਸ ਕਿਵੇਂ ਬਣੇ? ਜਿੰਨਾ ਚਿਰ ਗੁਰੂ ਦਾ ਮਤ ਲੈ ਕੇ ਅਸੀਂ ਉਹਦੇ ਤੇ ਚੱਲ ਕੇ ਥੋੜਾ ਬਹੁਤ ਪ੍ਰਭੂ ਦਾ ਨਜ਼ਾਰਾ ਨਹੀਂ ਵੇਖ ਲੈਂਦੇ, ਉਨਾ ਚਿਰ ਵਿਸ਼ਵਾਸ ਕਰਨਾ ਬੜਾ ਔਖਾ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ ਕਿ ਸਤਿਨਾਮ ਪ੍ਰਭ ਕਾ ਸੁਖਦਾਈ, ਕਿ ਭਾਈ ਪ੍ਰਭੂ ਦਾ ਨਾਮ ਜਿਹੜਾ ਸੱਚ ਹੈ ਉਹ ਤੁਹਾਨੂੰ ਸਦਾ ਸੁਖ ਦੇਣ ਵਾਲੀ ਵਸਤੂ ਹੈ। ਵਿਸ਼ਵਾਸ ਸਤ, ਸੱਚ ਤੇ ਭਰੋਸਾ ਤਾਂ ਆਵੇਗਾ ਨਾਨਕ ਗੁਰ ਤੇ ਪਾਈ, ਜਿੰਨਾ ਚਿਰ ਗੁਰੂ ਦੀ ਮੱਤ ਨੂੰ ਤੁਸੀਂ ਨਹੀਂ ਲੈਂਦੇ। ਇਸੇ ਕਰਕੇ ਵਾਰ-ਵਾਰ ਪਾਤਸ਼ਾਹ ਨੇ ਸਾਨੂੰ ਸਾਵਧਾਨ ਕੀਤਾ ਕਿ ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਅੱਜ ਜਿੰਨੇ ਆਪਦੇ ਆਪ ਨੂੰ ਵਾਲੇ ਸਿਆਣੇ ਕਹਾਉਣ ਵਾਲੇ ਇਨਸਾਨ ਉਹ ਜ਼ਿਆਦੇ ਤੰਗ ਨੇ। ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਇਸ ਕਰਕੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਸਾਨੂੰ ਮਾਲਕ ਦਾ ਵਡਿਆਈ ਕਰਕੇ ਸਮਝਾ ਰਹੇ ਹਨ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਆਓ ਫਿਰ ਆਪਾਂ ਉਸ ਸੱਚ ਨਾਮ ਦੇ ਨਾਲ ਗੁਰੂ ਦੀ ਮੱਤ ਲੈ ਕੇ ਜੁੜਨ ਦਾ ਯਤਨ ਕਰੀਏ। ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦੇ ਕਰਦੇ ਇਹਦੇ 'ਚ ਲੀਨ ਹੋ ਕੇ ਆਪਣੀ ਸੁਰਤੀ ਉਸ ਮਾਲਕ ਦੇ ਨਾਮ ਨਾਲ ਜੋੜੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ